अमृत संचार का समागम जो है उलीकिया जा रहा है। तो आने वाले दिनों तकरीबन 15 जून के नज़दीक ये अमृत संचार का समागम होना है। इस वास्ते आप जी को बहुत बेनती की जाती है, जिन्होंने अमृत पान नहीं किया, अमृत नहीं छकिया, गुरु वाले नहीं बने, गुरु के लड़ नहीं लगे, वो आप अपना मन बना के आने वाले इस अमृत संचार समागम में अमृत पान करके, अमृत छक के, सिंह सन के, गुरु वाले बन के गुरु गोबिंद सिंह महाराज जी दियाँ असीसां बख्शिशां प्राप्त करवाओ। हुण आपां विचार श्रवण करिए जी। वाहिगुरू जी का खालसा, वाहिगुरू जी। सतनाम श्री वाहिगुरू साहिब जी। तू मेरो मेर पर्वत स्वामी, ओट गही मैं तेरी, ना तुम डोलो ना हम गिरते, रख लीनी हर मेरी, जब लो नहीं भाग लिलार उदय, तब लो भ्रमते फिरते बहुतायो, कल घोर समुद्र में बूढ़त थे, कब हूँ मिट है नहीं रे पछतायो, तत् विचार यह मथुरा, जगतारन को अवतार बनायो, जप्यो जिन अर्जन देव गुरु, फिर संकट जोन गर्भ न आयो, बेशुमार अथाह अगणत अतोलै, ज्यों बुलावो त्यों नानक दास बोले। सतगुरु गरीब निवाज हाजरा हजूर ज़ाहरा ज़हूर सर्व कला समरथ, बाणी दे अगमी रहबर दसां ही गुरां दी जागदी जोत, अकाल पुरख स्वरूप धन धन सतगुरु श्री गुरु ग्रंथ साहिब जियां दी पावन गोद दा रंग रस माण रहे गुरु प्यारिओ। गुरमत विचारां आप जी दे सन्मुख भेंट करां। सब तो पहलां गुरुदेव दी फतेह गजाइए जी। आखो जी वाहिगुरू जी का खालसा, वाहिगुरू जी की फतेह। लड़ीवार कथा प्रकरण ये चल रहा है कि 1699 खालसा सिरजना दिवस जिहड़ा दसम पिता श्री गुरु गोबिंद सिंह साहब जी ने साजिया सी, उस विच दसां ही गुरुआं दा की योगदान रहा। विचार करते असी कल चौथी पातशाही धन धन रामदास गुरु जिन सिरिया तिनै सवारिया उन्हां तक विचार कीती सी। अज असी पंजवें नानक अकाल पुरख स्वरूप धन धन सतगुरु श्री गुरु अर्जन देव जी के योगदान बारे गल करांगे, जिन्हां बारे गुरु ग्रंथ साहिब की बाणी कहती है, भन मथुरा कछ भेद नहीं गुर अर्जन परतख हर। साक्षात अकाल पुरख का स्वरूप जिस बारे बाणी कहती है, तैं जनमत गुरमत ब्रह्म पछाणिओ। पैदा ही अकाल पुरख जड़े होए, अकाल पुरख ने एक शरीर धारिया जिसनों नाम मिलिया गुरु अर्जन। खालसे की झोली विच योगदान बारे जे गुरु अर्जन साहब की गल करां
ਜਾਂ ਮੁਖਤਸਰ ਕਿਸੇ ਵੀ ਗੁਰੂ ਸਾਹਿਬਾਨ ਦੀ ਗੱਲ ਕਰਾਂ ਤੇ ਮੈਂ ਬਾਰ-ਬਾਰ ਕਵਾਂ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਨਹੀਂ ਬਿਆਨ ਹੋ ਸਕਦਾ, ਇੱਕ ਜੀ ਕਛ ਕਹੀ ਨਾ ਜਾਈ। ਨਹੀਂ ਬਿਆਨ ਹੋ ਸਕਦਾ ਕਿ ਅਕਾਲ ਪੁਰਖ ਕਿੰਨਾ ਵੱਡਾ ਹੈ, ਗੁਰੂ ਵਿੱਚ ਕਿਤਨੀਆਂ ਬਖਸ਼ਿਸ਼ਾਂ ਨੇ, ਗੁਰੂ ਨੇ ਸਾਡੀ ਝੋਲੀ ਵਿੱਚ ਕੀ ਕੀ ਪਾਇਆ ਹੈ, ਨਹੀਂ ਬਿਆਨ ਹੋ ਸਕਦਾ। ਰੋਜ਼ ਕਥਾ ਤੋਂ ਬਾਅਦ ਜਦੋਂ ਮੈਂ ਆਪ ਇੰਟਰੋਸਪੈਕਟ ਕਰਦਾ ਹਾਂ ਕਿ ਅੱਜ ਕਥਾ ਵਿੱਚ ਕੀ ਕੀ ਬੋਲਿਆ ਸੀ ਤੇ ਕੀ ਕੀ ਰਹਿ ਗਿਆ ਸੀ, ਯਕੀਨ ਜਾਣਨਾ ਜਿੰਨੀ ਕੁ ਤਿਆਰੀ ਕਰਕੇ ਆਇਆ ਹੁੰਦਾ ਹੈ 90% ਉਸਦਾ ਰਹਿ ਹੀ ਜਾਂਦਾ ਹੁੰਦਾ। ਤੇ ਮੈਨੂੰ ਲੱਗਦਾ ਹੁੰਦਾ ਸੀ ਕਿ ਸਮਾਂ ਬਹੁਤਾ ਮਿਲ ਜਾਏ ਨਾ ਤੇ ਗੁਰੂ ਸਾਹਿਬ ਦੇ ਸਾਰੇ ਗੁਣ ਖਿਲਾਰ ਕੇ ਰੱਖ ਦੇਵਾਂ। ਕਸ਼ਮੀਰ ਕਥਾ ਦੀ ਸੇਵਾ ਤੇ ਇੱਕ ਵਾਰ ਸੀਗੇ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਮੈਂ ਦਿੱਲੀ ਤੋਂ ਸੋਚ ਕੇ ਗਿਆ ਸੀ ਜੇ ਕਸ਼ਮੀਰ ਮੈਨੂੰ 1 ਘੰਟੇ ਦਾ ਖੁੱਲ੍ਹਾ ਦੀਵਾਨ ਮਿਲ ਜਾਏ ਤੇ ਕਲਗੀਧਰ ਦੇ ਸਾਰੇ ਗੁਣ ਸੰਗਤ ਅੱਗੇ ਰੱਖ ਦੇਵਾਂਗਾ। ਜਾਂਦਿਓ ਪਤਾ ਚੱਲਿਆ ਕਿ 7 ਦੀਵਾਨਾਂ ਦੀ ਹਾਜ਼ਰੀ ਮਿਲੀ ਹੈ। 1 ਹਫ਼ਤੇ ਦੀ ਹਾਜ਼ਰੀ ਲੜੀਵਾਰ ਕਥਾ ਸੀ। ਸੋਚ ਕੇ ਮੈਂ ਗਿਆ ਸੀ 1 ਦਿਨ 1 ਘੰਟੇ ਦੀ ਹਾਜ਼ਰੀ ਮਿਲੇ ਤੇ ਯਕੀਨਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਖੋਲ੍ਹ ਕੇ ਰੱਖ ਦੇਵਾਂਗਾ ਸੰਗਤ ਅੱਗੇ। 7 ਦਿਨਾਂ ਤੱਕ ਕਥਾ ਹੁੰਦੀ ਰਹੀ, ਵਾਹਿਗੁਰੂ ਸੇਵਾ ਲੈਂਦੇ ਰਹੇ, ਪਰ 7ਵੇਂ ਦਿਨ ਵੀ ਮੈਨੂੰ ਹੱਥ ਬਨ ਕੇ ਮਾफ़ੀ ਮੰਗਣੀ ਪਈ ਸੰਗਤ ਤੋਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਣਾਂ ਬਾਰੇ ਮੈਂ 1 ਬੂੰਦ ਵੀ ਬਿਆਨ ਨਾ ਕਰ ਸਕਿਆ। ਮੰਜੀ ਸਾਹਿਬ ਤੋਂ ਕਥਾ ਕਰ ਰਹੇ ਸਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਕਹਿੰਦੇ ਸਨ ਕਥਾਵਾਚਕ ਬੈਠਦਾ ਤੇ ਸੋਚਦਾ ਅੱਜ ਹੀ ਸਾਰਾ ਕੁਝ ਕਹਿ ਜਾਵਾਂ। ਕਹਿੰਦੇ ਪਰ ਉਸਨੂੰ ਇਹ ਨਹੀਂ ਪਤਾ ਹੁੰਦਾ ਕਿ ਤੇਰੇ ਤੋਂ ਕਰੋੜਾਂ ਸਾਲ ਪਹਿਲਾਂ ਤੱਕ ਕਥਾ ਹੋ ਰਹੀ ਹੈ। ਜੇ ਉਹ ਸਾਰਾ ਕੁਝ ਨਾ ਕਹਿ ਸਕੇ ਤੇ ਤੂੰ ਕਿਹੜੇ ਬਾਗ ਦੀ ਮੂਲੀ ਹੈ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਈ ਕਰੋੜ ਕਥਾਵਾਚਕ ਮੇਰੇ ਤੋਂ ਪਹਿਲਾਂ ਚਲੇ ਗਏ, ਜੇ ਉਹ ਵੀ ਸੰਪੂਰਨ ਬਿਆਨ ਨਾ ਕਰ ਸਕੇ ਕਿਸੇ ਵੀ ਗੁਰੂ ਦੇ ਗੁਣ ਤੇ ਮੈਂ ਵੀ ਹੱਥ ਬਨ ਕੇ ਮਾफ़ੀ ਮੰਗਾਂਗਾ ਕਿ ਸਮੁੰਦਰ 'ਚੋਂ ਕੇਵਲ 1 ਚਮਚਾ ਮਾਤਰ ਅਸੀਂ ਗੁਣ ਸਾਂਝ ਪਾ ਸਕਾਂਗੇ। ਪਰ ਮੈਨੂੰ ਲੱਗਦਾ ਗੁਰੂ ਇਤਨਾ ਬਖਸ਼ਿੰਦ ਹੈ, ਉਹ ਕਹਿੰਦਾ ਚਮਚਾ ਮਾਤਰ ਕੀ, ਤੂੰ 1 ਬੂੰਦ ਮਾਤਰ ਵੀ ਜੇ ਗੁਰੂ ਦੇ ਗੁਣਾਂ ਨੂੰ ਜਾਣ ਲਿਆ ਤੇ ਤੂੰ ਪਰਮਾਤਮਾ ਹੋ ਸਕਦਾ ਹੈ। ਕਿਨ ਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਇੱਕ ਦ੍ਰਿਸ਼ਟਾਂਤ ਦੇ ਕੇ ਅੱਜ ਦੀ ਵਿਚਾਰ ਅੱਗੇ ਰੱਖਾਂ। ਸੁਕਰਾਤ ਨਦੀ ਕਿਨਾਰਿਓਂ ਜਾ ਰਿਹਾ ਸੀ, ਇਹੀ ਸੋਚਦਾ ਮੈਂ ਦੁਨੀਆ ਦਾ ਸਭ ਤੋਂ ਗਿਆਤਾ ਆਦਮੀ ਹਾਂ, ਪਰ ਫਿਰ ਵੀ ਮੈਂ ਪਰਮਾਤਮਾ ਬਾਰੇ ਪੂਰਾ ਕਿਉਂ ਨਹੀਂ ਜਾਣ ਪਾ ਰਿਹਾ। ਪਰਮਾਤਮਾ ਪੂਰਨ ਤੌਰ ਤੇ ਕੀ ਹੈ ਮੈਂ ਕਿਉਂ ਨਹੀਂ ਜਾਣ ਪਾ ਰਿਹਾ। ਇਹ ਸੁਕਰਾਤ ਯੂਨਾਨ ਵਿੱਚ ਰਹਿੰਦਾ ਸੀ, ਜਿਸ ਨੂੰ ਇੰਗਲਿਸ਼ ਵਿੱਚ ਅਸੀਂ ਸੋਕਰੇਟਸ ਕਹਿੰਦੇ ਹਾਂ, ਦ ਮੋਸਟ ਵਾਈਜ਼ੈਸਟ ਮੈਨ ਔਨ ਅਰਥ। ਇਸੇ ਦੁਵਿਧਾ 'ਚ ਪਿਆ ਉਹ ਨਦੀ ਕਿਨਾਰੇ ਜਾ ਰਿਹਾ ਸੀ। ਇੱਕ ਬੱਚਾ ਰੋ ਰਿਹਾ ਸੀ ਬਹੁਤ ਜ਼ੋਰ ਦਾ, ਤੇ ਸੁਕਰਾਤ ਪੁੱਛ ਲੈਂਦਾ ਹੈ ਕਿਉਂ ਰੋ ਰਿਹਾ ਹੈ। ਤੇ ਉਹ ਬੱਚੇ ਦੇ ਹੱਥ ਵਿੱਚ ਕਟੋਰਾ ਹੁੰਦਾ, ਇੱਕ ਕਟੋਰਾ। ਉਹ ਕਹਿੰਦਾ ਮੈਂ ਇਸ ਕਰਕੇ ਰੋ ਰਿਹਾ ਕਿ ਮੈਂ ਸਮੁੰਦਰ ਨੂੰ ਕਹਿ ਰਿਹਾ ਮੇਰੇ ਕਟੋਰੇ ਵਿੱਚ ਪੈ ਜਾ, ਮੇਰੇ ਕਟੋਰੇ ਵਿੱਚ ਪੈ ਜਾ। ਮੈਂ ਬੜੀ ਕੋਸ਼ਿਸ਼ ਕੀਤੀ, ਸਮੁੰਦਰ ਪੂਰਾ ਆ ਹੀ ਨਹੀਂ ਰਿਹਾ, ਤੇ ਮੈਂ ਉਦੋਂ ਤੱਕ ਰੋਂਦਾ ਰਹਾਂਗਾ ਜਦ ਤੱਕ ਪੂਰਾ ਨਹੀਂ ਆਏਗਾ। ਸੁਕਰਾਤ ਆਪਣੇ ਆਪ ਨੂੰ ਬੜਾ ਦਾਨਾ ਸਮਝਦਾ ਸੀ, ਹੈ ਵੀ ਸੀ ਦਾਨਾ ਬੜਾ। ਪਿਆਰ ਨਾਲ ਬੱਚੇ ਨੂੰ ਪਲੋਸਦਾ, ਕਹਿੰਦਾ ਬੱਚੇ ਸਮੁੰਦਰ ਅਥਾਹ ਹੈ, ਅਗੰਮ ਹੈ, ਅਗੋਚਰ ਹੈ, ਪਾਰਾਵਾਰ ਨਹੀਂ ਹੈ। ਤੇਰਾ ਕੁੱਜਾ ਬੜਾ ਛੋਟਾ ਹੈ, ਬਹੁਤ ਛੋਟਾ ਹੈ, ਸਮੁੰਦਰ ਨਹੀਂ ਸਮਾ ਸਕਦਾ। ਕਹਿੰਦੇ ਕਹਿੰਦੇ ਸੁਕਰਾਤ ਦੀਆਂ ਅੱਖਾਂ ਭਰ ਗਈਆਂ ਔਰ ਉਹ ਕਹਿੰਦਾ ਮੈਨੂੰ ਵੀ ਇੱਕ ਸਿੱਖਿਆ ਮਿਲ ਗਈ, ਪਰਮਾਤਮਾ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਮੇਰੀ ਅਕਲ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ। ਮੈਂ ਗੁਰੂ ਜਾਂ ਪਰਮਾਤਮਾ ਦੇ ਗੁਣਾਂ ਨੂੰ ਪੂਰਨ ਤੌਰ 'ਤੇ ਨਹੀਂ ਜਾਣ ਸਕਦਾ। ਬੱਚਾ ਹੁਣੇ ਵੀ ਸਿਸਕੀਆਂ ਭਰ ਰਿਹਾ ਸੀ। ਸੁਕਰਾਤ ਕਹਿ ਕੇ ਅੱਗੇ ਨਿਕਲ ਗਿਆ ਆਪਣੀ ਮਸਤੀ ਵਿੱਚ। ਕੁਝ ਦੂਰ ਗਿਆ ਤੇ ਬੱਚੇ ਦੇ ਖਿੜਖਿੜਾਉਣ ਦੀ ਆਵਾਜ਼ ਆਈ, ਬਹੁਤ ਜ਼ੋਰ ਦਾ ਹੱਸ ਰਿਹਾ ਬੱਚਾ। ਹੁਣ ਸੁਕਰਾਤ ਸੋਚ ਰਿਹਾ ਇਸ ਦੇ ਦਿਮਾਗ 'ਤੇ ਅਸਰ ਹੋ ਗਿਆ। ਘੜੀ ਰੋ ਰਿਹਾ ਸੀ, ਘੜੀ ਹੱਸਣਾ ਸ਼ੁਰੂ ਹੋ ਗਿਆ। ਦੁਬਾਰਾ ਕੋਲ ਜਾਂਦਾ ਹੈ, ਹੱਸਣ ਵਾਲੀ ਕਿਹੜੀ ਗੱਲ ਹੈ, ਹੁਣੇ ਰੋ ਰਿਹਾ ਸੀ, ਹੁਣੇ ਹੱਸ ਰਿਹਾ। ਕਹਿੰਦਾ ਬਾਬਾ ਜੀ ਤੁਸੀਂ ਗੱਲ ਬੜੀ ਵਧੀਆ ਸਮਝਾ ਗਏ ਹੋ, ਕਿ ਮੇਰੇ ਕਟੋਰੇ ਵਿੱਚ ਸਮੁੰਦਰ ਨਹੀਂ ਆ ਸਕਦਾ। ਕਹਿੰਦੇ ਜਦੋਂ ਮੈਂ ਗੱਲ ਸਮਝਾਈ ਉਦੋਂ ਤਾਂ ਰੋ ਰਿਹਾ ਸੀ, ਹੁਣ ਹੱਸ ਰਿਹਾ। ਕਹਿੰਦਾ ਇੱਧਰੋਂ ਮੈਨੂੰ ਇੱਕ ਗੱਲ ਸਮਝ ਆਈ, ਮੇਰੇ ਕਟੋਰੇ ਵਿੱਚ ਸਮੁੰਦਰ ਨਹੀਂ ਸਮਾ ਸਕਦਾ, ਪਰ ਸਮੁੰਦਰ ਵਿੱਚ ਮੇਰਾ ਕਟੋਰਾ ਤੇ ਸਮਾ ਸਕਦਾ ਹੈ।
चुक के कटोरा वगा के मारदा समुंदर के अंदर, कहता लो समा गया। मकसद इन्ना ही सी, कटोरा नका नक समुंदर नाल भरना, भरिया गया। पता है हैरान होवांगे, बजुर्ग सी सुकरात, दुनिया का सब तो दाना मनुख से सुकरात, उस बच्चे के कदमां ते डंडौत कर दी। कहता अज मैं तैनू नहीं, तू मैनू कुछ समझा गया। मैं सोचता सी परमात्मा नू पूर्ण तौर पर जान लवांगा, अज तू मैनू समझा दिता। मेरी मत विच जे वो नहीं आंदा तो उसकी मत विच मैं तो जा सकदा। गुर की मत तू ले ए आने, भगत बिना बहु डूबे सियाने। गुरु अर्जन पातशाह के योगदान बारे जानन वेले सानू एक शब्द बहुत चेते रखना पवेगा कि गुरु अर्जन साहब साड़ी झोली विच पा की रहे ने। रोज़ असी रहरास विच पढ़ रहे हैं, आसा महला पंजवा, भई प्रापत मानुख दे हुरिया, गोबिंद मिलन की ए तेरी बरिया। अगे कमाल की पंक्ति लिख दी है, अवर काज तेरा कितै ना काम। तो काम की आएगा गुरुदेव? मिल साध संगत भज केवल नाम। केवल नूं असीं अंग्रेजी विच करिए तो ओनली, द ओनली थिंग विच इज़ गोइंग टू बी फ्रूटफुल टू यू इज़ द लॉर्ड्स अलमाइटीज़ नेम। सिर्फ उसका नाम, केवल उसका नाम। अज असी ये समझना है कि गुरु अर्जन साहब ने इस प्रकरण को इतना कस के पकड़ लिया। वो कहते सी कि मैं हुक्म रजाई चलना नानक लिखिया नाल। इस पंक्ति ते इस कदर पहरा दे दिता, हुक्म तो मन लिया कि तू परमात्मा होना है। हुण उसदे हुक्म विच तुरदे होए भावें खुशी आवे भावें गमी आवे, भावें विआह हो जावे, घर लड़का हो जावे, गुरगद्दी ते बिराज जान, भावें शरीर ते तसीहे दिते जान, तवे ते बैठ जान, उपर कड़छे रेत दे पाए जान, तां भी वो कह रहे ने तेरा किया मीठा लगे। गुरु अर्जन साहब ने सानू समझाया कि परमात्मा की प्राप्ति लई उसदे मार्ग ते तुरदे जितना मर्जी बिखड़ा पैंडा हो जाए, मार्ग ना छड्डी, भुल के ना छड्डी। कल भी मैं बयान किया सी, झूम झूम के मस्कीन साहब कहते सी संगत विच मैं वो बंदे देखे आसा की वार दा कीर्तन सुनते सन, अदालत विच एक केस हारिया, गुरुद्वारे ही आना बंद। तो गुरु अर्जन साहब ने सानू की समझा दिता? उन्होंने सानू समझा दिता, वाहिगुरु दे मार्ग ते तुरदे होवे लख भी औंकड़ा आन, मार्ग ना छड्डी, लगा रहो मन लगा रहो, सिमरो सिमर सिमर सुख पावो। 3 बार लिखा है। असी अरदास भी पढ़ते हैं, प्रथमे सरबत खालसा जी की अरदास है जी, सरबत खालसा जी को वाहिगुरु 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 चित आवे। 3 बार ही लिखा है। फिर सुखमनी साहिब विच कई बार पढ़ांगे, सत सत सतगुर स्वामी गुर प्रसाद की नैव व्याख्यानी, सच 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 सब की ना, फिर 3 बार लिखा है। कुछ मकसद से 3 बार लिखण दा। मैं मन करके वाहिगुरु चेते कर लवां, मैं बचना करके वाहिगुरु नूं चेते कर लवां, ते मैं कर्मा करके वाहिगुरु नूं चेते कर लवां। गुरु अर्जन साहब सानू ये समझा रहे ने। ते असी खालसे दी झोली जो गुरुदेव ने योगदान पाया, उसी वचनबद्धता, प्रेम, अथाह प्रेम। प्रेम की डेफिनेशन मैं सुकरे ट्रस्ट की किताब पढ़ रहा सी, मेरे दिल नूं बहुत छू गई। वो अज मैं रख जावां तुहाडे कोल। कहंदे सन प्रेम की है? कहंदे एक प्रेमी प्रेमिका नूं प्रेम कर रहा है, पर बदले विच आंदा है वो भी मैनूं प्रेम करे। कहंदे ये प्रेम नहीं, ये वपार है। वपार है देना लैना लैना देना। पैसे मैं दे दिते, किलो सब्जी वो दे दे, वपार है। देना लैना लैना देना। फीस मैं बच्चे की भर दी, बदले में स्कूल पढ़ाई दवे, ये प्रेम नहीं, ये वपार है। नौकरी मैं कर रहा, अगों मैनू तनख्वाह मिले, ये प्रेम नहीं, ये वपार है। तो किताब लिखती है, कहती प्रेम है जिस विच मैं नहीं है। वो बड़ा बाखूब इसनों बयान कर दिया है। प्रेम नू खोल के लिख देंगे परे मैं। प्रेम की है? परे मैं, जिस विच मैं होवां ही ना, जिस विच देना 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 होवे, लैना कुछ भी ना होवे, देंदा दे लैंदे थक पाए। जपजी साहिब तो इत्थे तक कह देंगे कि वड्डा दाता तिल ना तमाए। वो
ਮੈਨੂੰ ਦੇਈ ਤਾਂ ਜਾ ਰਿਹਾ ਹੈ, ਫਿਰ ਮੈਂ ਨਾਸਤਿਕ ਹੋਵਾਂ, ਚੋਰ ਹੋਵਾਂ, ਦੁਰਾਚਾਰੀ ਹੋਵਾਂ, ਬਲਾਤਕਾਰੀ ਹੋਵਾਂ, ਡਾਕੂ ਹੋਵਾਂ, ਮੈਂ ਜੋ ਮਰਜ਼ੀ ਹੋਵਾਂ, ਉਹ ਦੇਣੋਂ ਨਹੀਂ ਹਟਦਾ ਮੈਨੂੰ। ਤੇ ਬਦਲੇ ਵਿੱਚ ਕੀ ਇੱਛਾ ਰੱਖਦਾ ਹੈ? ਵੱਡਾ ਦਾਤਾ ਤਿਲ ਨਾ ਤਮਾਏ, ਤਿਲ ਜਿੰਨੀ ਵੀ ਇੱਛਾ ਨਹੀਂ ਕਿ ਮੈਨੂੰ ਵੀ ਕੁਝ ਦੇਵੇ। ਪ੍ਰੇਮ ਇਹ ਹੈ। ਗੁਰੂ ਅਰਜਨ ਸਾਹਿਬ ਨੇ ਪ੍ਰੇਮ ਕੀਤਾ, ਆਗਿਆ ਵਿੱਚ ਰਹਿ ਕੇ ਪ੍ਰੇਮ ਕੀਤਾ। ਕਿਵੇਂ? ਲਾਹੌਰ ਭੇਜ ਦਿੰਦੇ ਨੇ। ਇਤਿਹਾਸ ਤੋਂ ਅਸੀਂ ਬਾਖੂਬ ਵਾਕਿਫ ਹਾਂ, ਕੇਵਲ ਟੂਕ ਮਾਤਰ ਬਿਆਨ ਕਰਾਂਗਾ, ਸਮਾਂ ਬਹੁਤ ਸੀਮਿਤ ਹੈ। ਲਾਹੌਰ ਭੇਜ ਦਿੱਤਾ ਹੈ ਗੁਰੂ ਰਾਮਦਾਸ ਜੀ ਨੇ ਆਪਣੇ ਤਾਇਆ ਸਹਾਰੀ ਮਲ ਦੇ ਲੜਕੇ ਦੇ ਵਿਆਹ ਤੇ। ਪ੍ਰਿਥੀ ਚੰਦ ਨਹੀਂ ਗਏ, ਲਾਲਚ ਸੀ, ਮੈਂ ਚਲਾ ਗਿਆ, ਪਿੱਛੇ ਚਲਾਣਾ ਕਰ ਜਾਣ, ਮੇਰੇ ਭਰਾਵਾਂ ਨੂੰ ਗੱਦੀ ਮਿਲ ਜਾਏਗੀ। ਕੱਲ ਵੀ ਮੈਂ ਬਿਆਨ ਕੀਤਾ ਸੀ, ਸਿੱਖ ਧਰਮ ਵਿੱਚ ਪ੍ਰਧਾਨ ਬਣਾਉਣੇ ਬੜੇ ਔਖੇ ਸਨ। ਅੱਜ ਪ੍ਰਧਾਨਾਂ ਤੋਂ ਕੁਰਸੀਆਂ ਛਡਾਉਣੀਆਂ ਬੜੀਆਂ ਔਖੀਆਂ ਨੇ। ਪ੍ਰਿਥੀ ਚੰਦ ਨੂੰ ਲਾਲਚ ਸੀ, ਲੜਦਾ ਸੀ, ਨਿਤ ਲੜਦਾ ਸੀ ਗੁਰੂ ਰਾਮਦਾਸ ਪਾਤਸ਼ਾਹ ਨਾਲ ਕਿ ਗੁਰਗੱਦੀ ਦਾ ਵਾਰਿਸ ਮੈਂ ਹੀ ਹੋਣਾ ਚਾਹੀਦਾ ਹੈ। ਤੇ ਗੁਰਦੇਵ ਲਿਖ ਵੀ ਦਿੰਦੇ ਨੇ, ਪਿਆਰ ਨਾਲ, ਪ੍ਰੇਮ ਨਾਲ, ਮਾਰ ਕੁਟਾਈ ਕਰਦੇ ਹੀ ਨਹੀਂ ਸਨ। ਕਹਿੰਦੇ ਨੇ ਪ੍ਰਿਥੀ ਚੰਦ ਨੂੰ ਸੰਬੋਧਿਤ ਹੋ ਕੇ ਲਿਖਦੇ ਨੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਕਿਉਂ ਝਗੜਦਾ ਮੇਰੇ ਨਾਲ? ਖੈਰ, ਗੁਰੂ ਅਰਜਨ ਪਾਤਸ਼ਾਹ ਚਲੇ ਗਏ ਨੇ ਇਹ ਹੁਕਮ ਲੈ ਕੇ ਕਿ ਜਦੋਂ ਤੱਕ ਅਸੀਂ ਨਾ ਬੁਲਾਈਏ ਵਾਪਸ ਉਦੋਂ ਤੱਕ ਨਾ ਆਣਾ। ਮੈਂ ਦੱਸਾਂਗਾ ਅੱਜ ਅਸੀਂ ਸਾਂਝ ਪਾਵਾਂਗੇ ਕਿ ਪ੍ਰੇਮ ਕੀ ਹੈ। ਆਗਿਆ ਹੁਕਮ ਵਿੱਚ ਰਹਿ ਕੇ ਪ੍ਰੇਮ ਨਿਭਾਣਾ। ਜਦੋਂ ਤੱਕ ਅਸੀਂ ਨਾ ਬੁਲਾਈਏ ਵਾਪਸ ਨਾ ਪਰਤਣਾ। 2 ਸਾਲ ਹੋ ਗਏ, ਬੁਲਾਇਆ ਹੀ ਕੋਈ ਨਹੀਂ, ਲਾਹੌਰ ਵਿੱਚ ਹੀ ਨੇ। 2 ਸਾਲ ਗੁਜ਼ਰ ਗਏ ਤੇ ਪ੍ਰੇਮ ਕਿਤਨਾ ਸੀ ਉਹਨਾਂ ਦੇ ਅੰਦਰ। ਸ਼ਬਦ ਹਜ਼ਾਰੇ ਦੀ ਅਸੀਂ ਬਾਣੀ ਪੜ੍ਹਦੇ ਹਾਂ, ਮਾਂਝ ਮਹਿਲਾ ਪੰਜਵਾਂ ਚੌਪਦੇ ਘਰ ਪਹਿਲਾ। ਉਸ ਵਿੱਚ ਪਹਿਲੇ 3 ਪਦੇ ਜਿਹੜੇ ਨੇ ਨਾ, ਪੜ੍ਹ ਕੇ ਦੇਖ ਲੈਣਾ ਪ੍ਰੇਮ ਕਿਸ ਨੂੰ ਕਹਿੰਦੇ ਆ। ਚਿੱਠੀ ਲਿਖਦੇ ਨੇ ਗੁਰੂ ਪਿਤਾ ਨੂੰ ਆਪਣੇ, ਗੁਰੂ ਰਾਮਦਾਸ ਪਾਤਸ਼ਾਹ ਨੂੰ ਚੱਕ ਰਾਮਦਾਸ ਚਿੱਠੀ ਲਿਖਦੇ ਨੇ। ਪਹਿਲੀ ਚਿੱਠੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਪਹਿਲੀ ਚਿੱਠੀ ਪਹੁੰਚਦੀ ਹੈ, ਪ੍ਰਿਥੀ ਚੰਦ ਚਿੱਠੀ ਛੁਪਾ ਲੈਂਦਾ ਹੈ। ਦੂਸਰੀ ਚਿੱਠੀ, ਕੁਝ ਚਿਰ ਬਾਅਦ ਫਿਰ ਦੇਖਦੇ ਨੇ ਜਵਾਬ ਨਹੀਂ ਆਇਆ ਮੇਰੀ ਚਿੱਠੀ ਦਾ, ਬੁਲਾਇਆ ਨਹੀਂ ਵਾਪਸ। ਦਰਸ਼ਨਾਂ ਦੀ ਇੰਨੀ ਤਾਂਗ, ਇਤਨੀ ਪਿਆਸ ਹੋਵੇ ਪਰ ਤਾਂ ਵੀ ਆਗਿਆ ਕਰਕੇ ਉੱਥੇ ਰੁਕ ਜਾਣ। ਦੂਸਰੀ ਚਿੱਠੀ ਪਾ ਦਿੱਤੀ, ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ਼ ਜਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ। ਹੋਂ ਕੋਲੀ ਹੋਂ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ। ਦੂਸਰੀ ਚਿੱਠੀ ਫਿਰ ਪ੍ਰਿਥੀ ਚੰਦ ਛੁਪਾ ਲੈਂਦਾ, ਪਤਾ ਚੱਲਦਾ ਅਰਜਨ ਦੀ ਚਿੱਠੀ ਆਈ ਹੈ। ਤੀਸਰੀ ਚਿੱਠੀ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਕਈ ਦਿਨ ਅਸੀਂ ਗੁਰਦੁਆਰੇ ਸਾਹਿਬ ਵੀ ਨਹੀਂ ਆਉਂਦੇ, ਨਿਤਨੇਮ ਵੀ ਕਈ ਵਾਰ ਛੁੱਟ ਜਾਂਦਾ ਹੈ, ਪਰਵਾਹ ਹੀ ਕੋਈ ਨਹੀਂ। ਉਹ ਕਹਿ ਰਹੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਹੁਣ ਕਦ ਮਿਲੀ ਹੈ ਪ੍ਰੇ ਤੁਤ ਭਗਵੰਤਾ, ਮੋਹਿ ਰਹਿਣ ਨਾ ਆਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀ। ਕਹਿੰਦੇ ਰਾਤ ਗੁਜ਼ਰਦੀ ਨਹੀਂ, ਨੀਂਦ ਆ ਹੀ ਨਹੀਂ ਰਹੀ, ਕਦੋਂ ਦਰਸ਼ਨ ਮਿਲਣਗੇ, ਕਦੋਂ ਮਿਲਣਗੇ। ਇਹ ਚਿੱਠੀ ਗੁਰੂ ਰਾਮਦਾਸ ਪਾਤਸ਼ਾਹ ਕੋਲ ਪਹੁੰਚ ਜਾਂਦੀ ਹੈ। ਬਾਕੀ ਦੀ ਚਿੱਠੀਆਂ ਵੀ ਜਦੋਂ ਉਹਨਾਂ ਨੂੰ ਮਿਲਦੀਆਂ, ਅੱਖਾਂ ਉਹਨਾਂ ਦੀ ਵੈਰਾਗ ਨਾਲ ਇਤਨੀਆਂ ਭਾਰ ਆਉਂਦੀਆਂ, ਬਾਬਾ ਬੁੱਢਾ ਜੀ ਨੂੰ ਸੱਦਦੇ ਨੇ, ਕਹਿੰਦੇ ਨੇ ਪੜ੍ਹੋ ਚਿੱਠੀ। ਇਤਨਾ ਆਸ਼ਿਕ ਕੋਈ ਗੁਰੂ ਦਾ ਹੋਵੇ ਤਾਂ ਵੀ ਆਗਿਆ ਕਰਕੇ ਰੁਕ ਗਿਆ ਹੋਵੇ, ਇਹ ਗੁਰਗੱਦੀ ਦਾ ਸਹੀ ਵਾਰਿਸ ਹੈ। ਬਾਬਾ ਬੁੱਢਾ ਜੀ ਜਾਓ ਲਾਹੌਰ ਤੇ ਲਿਆਓ ਅਰਜਨ ਨੂੰ। ਗੁਰੂ ਅਰਜਨ ਪਾਤਸ਼ਾਹ ਜਦੋਂ ਆਉਂਦੇ ਨੇ, ਆਉਂਦਿਓ ਹੀ ਗੁਰੂ ਰਾਮਦਾਸ ਜੀ ਸਭ ਤੋਂ ਪਹਿਲਾਂ ਆਪਣਾ ਸਿੰਘਾਸਨ ਖਾਲੀ ਕਰਕੇ ਤੇ ਅਰਜਨ ਨੂੰ ਗਲੇ ਲਗਾ ਕੇ ਤੇ ਸਿੰਘਾਸਨ ਤੇ ਬਿਠਾ ਦਿੰਦੇ ਨੇ ਆਉਂਦਿਓ ਹੀ। ਫਿਰ ਇਸੇ ਸ਼ਬਦ ਹਜ਼ਾਰੇ ਦਾ ਚੌਥਾ ਸ਼ਬਦ ਗੁਰੂ ਅਰਜਨ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਮੁਖਾਤਬ ਹੋ ਕੇ ਲਿਖਦੇ ਨੇ, ਭਾਗ ਹੋਆ ਗੁਰ ਸੰਤ ਮਿਲਾਇਆ। ਕਹਿੰਦੇ ਬੜੇ ਵੱਡੇ ਭਾਗ ਮੇਰੇ ਜਾਗ ਗਏ, ਤੂੰ ਮੈਨੂੰ ਮਿਲ ਪਿਆ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹੁਣ ਚੌਥਾ ਸ਼ਬਦ ਦੇ ਥੱਲੇ ਨਾਨਕ ਪਦ ਹੈ। ਇਸ ਦਾ ਮਤਲਬ ਹੈ ਜਿਹੜੇ ਪਹਿਲੇ 3 ਸ਼ਬਦ ਸੀ ਉਹ ਗੁਰਿਆਈ ਤੋਂ ਪਹਿਲੇ ਲਿਖੇ ਗਏ ਸੀ, ਨਾਨਕ ਪਦ ਨਹੀਂ ਇਸਤੇਮਾਲ ਕੀਤਾ, ਗੁਰੂ ਨਹੀਂ ਸਨ ਬਣੇ। ਅੱਜ ਗੁਰੂ ਬਣ ਗਏ ਨੇ ਤੇ ਨਾਨਕ ਪਦ ਦੇ ਇਸਤੇਮਾਲ, ਮੋਹਰ ਵੀ ਦੇ ਦਿੱਤੀ, ਗੁਰੂ ਨਾਨਕ ਦੇ ਗੱਦੀ ਦੇ ਵਾਰਿਸ ਵੀ ਬਣਾ ਦਿੱਤਾ।
ਹੁਣ ਜਦੋਂ ਗੁਰਗੱਦੀ ਦੇ ਵਾਰਿਸ ਬਣ ਗਏ ਨੇ, ਇਸ ਤੋਂ ਬਹੁਤ ਪਹਿਲਾਂ ਹੀ ਕੁਝ ਘਟਨਾਵਾਂ ਐਸੀਆਂ ਹੋ ਗਈਆਂ ਸੀ। ਇਹ ਤੇ ਖੈਰ ਪ੍ਰੀਖਿਆ ਦੇ ਤੌਰ ਤੇ ਸੀ ਲਾਹੌਰ ਭੇਜਣਾ, ਇਸ ਤੋਂ ਪਹਿਲਾਂ ਬਹੁਤ ਘਟਨਾਵਾਂ ਹੋ ਗਈਆਂ ਸੀ ਜਿਸ ਨਾਲ ਇਹ ਸਾਬਿਤ ਹੋ ਚੁੱਕਿਆ ਸੀ ਕਿ ਇਹੀ ਅਗਲੇ ਗੁਰੂ ਹੋਣਗੇ। ਜਿਵੇਂ ਮੈਂ ਦੱਸਿਆ, ਭੱਟ ਸਾਹਿਬ ਲਿਖਦੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੂੰ ਤੇ ਪੈਦਾ ਹੀ ਅਵਤਾਰ ਹੋਇਆ। ਫਿਰ ਪੰਗੂੜਾ ਗੁਰੂ ਅਮਰਦਾਸ ਪਾਤਸ਼ਾਹ ਦਾ ਛੇੜ ਰਹੇ ਨੇ, ਬੈਠਣ ਦੀ ਕੋਸ਼ਿਸ਼ ਕੀਤੀ, ਮਾਤਾ ਭਾਨੀ ਜੀ ਨੇ ਚੁੱਕ ਲਿਆ। ਗੁਰਗੱਦੀ ਹੈ, ਸਿੰਘਾਸਨ ਹੈ, ਇਸ ਨੂੰ ਨਹੀਂ ਹੱਥ ਲਾਣਾ। ਇਤਿਹਾਸ ਤੋਂ ਅਸੀਂ ਵਾਕਫ ਹਾਂ। ਗੁਰੂ ਅਮਰਦਾਸ ਪਾਤਸ਼ਾਹ ਦੋਤੇ ਨੂੰ ਚੁੱਕ ਕੇ ਸਿੰਘਾਸਨ 'ਤੇ ਬਿਠਾ ਕੇ ਕਹਿੰਦੇ ਨੇ, ਭਾਨੀਏ ਜੇ ਇਹ ਸਿੰਘਾਸਨ 'ਤੇ ਨਾ ਬੈਠਾ ਤੇ ਹੋਰ ਕੋਈ ਹੱਕਦਾਰ ਹੀ ਨਹੀਂ ਬੈਠਣ ਦਾ। ਦੋਹਤਾ ਬਾਣੀ ਕਾ ਬੋਹਤਾ। ਫਿਰ ਬੀਬੀ ਭਾਨੀ ਜੀ ਦੇ ਅਥਾਹ ਸਬਰ ਨੂੰ ਦੇਖ ਕੇ ਜਦੋਂ ਇੱਕ ਦਿਨ ਇਸ਼ਨਾਨ ਕਰਾ ਰਹੇ ਨੇ, ਪੈਰ ਚੌਂਕੀ ਥੱਲੇ ਦੇ ਦਿੱਤਾ, ਖੂਨ ਹੀ ਖੂਨ ਵਗ ਤੁਰਿਆ। ਗੁਰੂ ਅਮਰਦਾਸ ਜੀ ਜਿਹੜੇ ਕਿ ਬਹੁਤ ਬਜ਼ੁਰਗ ਨੇ, ਪੁੱਛ ਲੈਂਦੇ ਨੇ, ਬੇਟੀ ਇਤਨਾ ਸਬਰ, ਇਤਨਾ ਭਾਣਾ ਤੂੰ ਮੰਨ ਲਿਆ, ਮੰਗ ਲਓ ਅੱਜ ਕੀ ਮੰਗਦੇ ਹੋ। ਤੇ ਪਤਾ ਹੱਥ ਬਨ ਕੇ ਕੀ ਮੰਗਿਆ ਸੀ ਬੀਬੀ ਭਾਨੀ ਜੀ ਨੇ? ਉਹਨਾਂ ਨੇ ਮੰਗਿਆ ਸੀ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਲੜਕਿਆਂ ਨੂੰ ਗੁਰਗੱਦੀ ਨਹੀਂ ਦਿੱਤੀ, ਸਹੀ ਵਾਰਿਸ ਨਹੀਂ ਸਨ, ਆਪਣੇ ਚੇਲੇ ਗੁਰੂ ਅੰਗਦ ਨੂੰ ਦੇ ਦਿੱਤੀ। ਭਾਈ ਲਹਿਣਾ ਜੀ ਜਦੋਂ ਗੁਰੂ ਅੰਗਦ ਦੇਵ ਬਣੇ, ਉਹਨਾਂ ਨੇ ਵੀ ਆਪਣੇ ਬੇਟੇ ਭਾਈ ਦਾਤੂ ਤੇ ਦਸ ਨੂੰ ਗੁਰਗੱਦੀ ਨਹੀਂ ਦਿੱਤੀ। ਆਪ ਕੁੜਮਾਚਾਰੀ ਵਿੱਚ ਸੋ ਸੇਵਕ ਬਣੇ, ਆਪ ਜੀ ਨੂੰ ਮਿਲ ਗਈ। ਹੁਣ ਮੈਂ ਇੱਕ ਮੰਗ ਮੰਗਦੀ ਹਾਂ, ਆਪ ਵੀ ਭਾਵੇਂ ਆਪਣੇ ਬੱਚਿਆਂ ਨੂੰ ਦਵੋ ਨਾ ਦਵੋ, ਮੇਰੇ ਪਤੀ ਤੱਕ ਗੁਰਗੱਦੀ ਆ ਜਾਏ ਤੇ ਅੱਗੇ ਸਾਡੇ ਕੋਲ ਤੋਂ ਕਦੀ ਜਾਵੇ ਹੀ ਨਾ, ਇਹ ਮੈਂ ਮੰਗਦੀ ਹਾਂ। ਹੁਣ ਅਸੀਂ ਸੋਚਾਂਗੇ ਲਾਲਚ ਵਸ ਹੋ ਕੇ ਮੰਗੀ। ਬੜੇ ਦੂਰ ਦ੍ਰਿਸ਼ਟ ਸਨ ਬੀਬੀ ਭਾਨੀ ਜੀ, ਗੁਰੂ ਦੀ ਧੀ ਹੋਵੇ। ਮੈਂ ਦੇਖਿਆ ਇੱਕ ਰਾਜੇ ਦੀ ਲੜਕੀ ਹੋਵੇ ਨਾ, ਇੱਕ ਰਾਜੇ ਦੀ, ਉਸ ਦੀ ਕਿਤਨੀ ਕੋਈ ਇੱਜ਼ਤ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਫਿਰ ਇੱਕ ਸੰਤ ਦੀ ਲੜਕੀ ਹੋਵੇ, ਸੰਤ ਦਾ ਲੜਕਾ ਹੋਵੇ, ਕਿਤਨੀ ਇੱਜ਼ਤ ਹੈ। ਅੱਜ ਵੀ ਸੋਢੀ ਕੁਲ ਦੇ ਕਈ ਬਾਬੇ ਬਣੇ ਬੈਠੇ ਨੇ, ਅਸੀਂ ਬੜਾ ਮਾਣ ਕਰਦੇ ਹਾਂ ਗੁਰੂ ਦੀ ਕੁਲ ਤੋਂ ਹੈ। ਬੇਦੀ ਕੁਲ ਦੇ ਬੜੇ ਸੰਤ ਬੈਠੇ ਨੇ, ਅਸੀਂ ਬੜਾ ਮਾਣ ਕਰਦੇ ਹਾਂ ਗੁਰੂ ਦੀ ਕੁਲ ਤੋਂ ਹੈ। ਤੇ ਜਿਹੜੀ ਹੋਵੇ ਹੀ ਗੁਰੂ ਦੀ ਧੀ ਬੀਬੀ ਭਾਨੀ, ਬੜੇ ਦੂਰ ਦ੍ਰਿਸ਼ਟ ਸਨ। ਤੇ ਗੁਰੂ ਅਮਰਦਾਸ ਜੀ ਮੁਸਕਰਾ ਕੇ ਕਹਿੰਦੇ ਨੇ, ਭਾਨੀਏ ਇਹ ਲੋਕਾਂ ਨੂੰ ਦਿਖ ਸਕਦਾ ਸਿੰਘਾਸਨ, ਪਰ ਇਹ ਕੰਡਿਆਂ ਦਾ ਤਾਜ ਹੈ, ਤੇਰੀ ਕੁਲ ਸਹਿ ਲਵੇਗੀ। ਕਹਿੰਦੇ ਨੇ ਜਿੰਨਾ ਭਾਣਾ ਮੰਨਣ ਦੀ ਸ਼ਕਤੀ ਤੁਸੀਂ ਮੈਨੂੰ ਦਿੱਤੀ ਹੈ, ਜੇ ਮੇਰੀ ਕੁਲ ਨੂੰ ਵੀ ਬਖਸ਼ ਦੋ ਤੇ ਸਹਿ ਲਵੇਗੀ। ਤੇ ਕਹਿੰਦੇ ਨੇ ਸਿਰ ਤੇ ਰੱਖਦੇ ਨੇ ਹੱਥ, ਕਹਿੰਦੇ ਫਿਰ ਦੱਸ ਤੂੰ ਦੇਖ ਪਾ ਰਹੀ ਹੈ ਜੇ ਤੈਨੂੰ ਗੁਰਗੱਦੀ ਮਿਲ ਜਾਂਦੀ ਹੈ ਤੇਰੀ ਕੁਲ ਨੂੰ ਕੀ ਕੀ ਹੋਵੇਗਾ? ਕਹਿੰਦੀ ਹਾਂ ਦੇਖ ਪਾ ਰਹੀ ਹਾਂ। ਦੱਸੇਂਗੀ? ਇੱਕ ਸ਼ਾਇਰ ਕਲਮ ਬੰਦ ਕਰਦਾ ਬਾਖੂਬ ਕਿ ਬੀਬੀ ਭਾਨੀ ਨੇ ਕੀ ਕੀ ਦੱਸਿਆ ਕਿ ਮੇਰੀ ਕੁਲ ਤੇ ਕੀ ਕੀ ਵਰਤੇਗਾ। ਉਹਨਾਂ ਨੂੰ ਪਹਿਲਾਂ ਪਤਾ ਸੀ ਕੀ? ਉਹ ਕਹਿੰਦੇ ਨੇ ਤੱਤੀ ਤਵੀ ਤੇ ਤਪਨ ਨੂੰ ਮੇਰਾ ਹੀ ਬੇਟਾ ਬਹੇਗਾ, ਤੱਤੀ ਤਵੀ ਤੇ ਤਪਨ ਨੂੰ ਮੇਰਾ ਹੀ ਬੇਟਾ ਬਹੇਗਾ, ਦਿੱਲੀ ਬਹਾਦਰ ਤੇਗ ਮੇਰੇ ਦਾ ਹੀ ਜਾ ਖੂਨ ਵਹੇਗਾ, ਮੇਰਾ ਹੀ ਟੋਟਾ ਚਿਣਨਗੇ ਸਰਹਿੰਦ ਦੀ ਦੀਵਾਰ ਅੰਦਰ, ਟੋਟੇ ਹੋ ਮੇਰਾ ਹੀ ਜੋੜਾ ਚਮਕੌਰ ਵਿੱਚ ਜਾ ਢਹੇਗਾ, ਮੈਂ ਬਰਬਾਦ ਹੋਵਾਂ ਜਗ ਆਬਾਦ ਹੋਵੇ, ਇਹ ਮੈਂ ਮਨ ਵਿੱਚ ਠਾਨੀ ਹੈ, ਸਫਲ ਹੋਏ ਨਾਮ ਤਦ ਰੱਖਿਆ ਤੁਸਾਂ ਜੋ ਭਾਨੀ ਹੈ। ਵਾਹ ਵਾਹ ਭਾਨੀਏ, ਤੈਨੂੰ ਸਭ ਪਹਿਲਾਂ ਪਤਾ ਹੈ, ਤਾਂ ਵੀ ਤੂੰ ਚਾਹੁੰਦੀ ਹੈ ਕਿ ਜੇਠੇ ਨੂੰ ਗੁਰਗੱਦੀ ਮਿਲੇ? ਚਾਹੁੰਦੀ ਹਾਂ। ਗੁਰੂ ਰਾਮਦਾਸ ਜੀ ਗੁਰਗੱਦੀ ਤੇ ਬਿਠਾਉਂਦੇ ਨੇ ਤੇ ਭਾਈ ਗੁਰਦਾਸ ਲਿਖਦੇ ਨੇ ਕਿ ਗੁਰੂ ਰਾਮਦਾਸ ਜੀ ਨੂੰ ਪੁੱਛਿਆ, ਤੁਸੀਂ ਪਹਿਲੇ ਗੁਰੂ ਹੋ ਜਿਸ ਨੇ ਆਪਣੇ ਲੜਕੇ ਨੂੰ ਗੁਰਗੱਦੀ ਦਿੱਤੀ, ਅੱਜ ਤੋਂ ਪਹਿਲੇ 3 ਗੁਰੂਆਂ ਨੇ ਨਹੀਂ ਸੀ ਦਿੱਤੀ। ਤੇ ਗੁਰੂ ਰਾਮਦਾਸ ਪਤਾ ਕਿਹੜਾ ਸ਼ਬਦ ਉਚਾਰਦੇ ਨੇ? ਭਾਈ ਗੁਰਦਾਸ ਕਲਮ ਬੰਦ ਕਰਦੇ ਨੇ, ਸ਼ਬਦ ਸ਼ੁਰੂ ਹੁੰਦਾ ਦਿਚੈ ਪੂਰਬ ਦੇਵਨਾ। ਇਹ ਭਾਈ ਗੁਰਦਾਸ ਸਾਹਿਬ ਦੀ ਵਾਰ ਹੈ, ਪਰ ਗੁਰੂ ਅਰਜਨ ਪਾਤਸ਼ਾਹ ਨੂੰ ਮੁਖਾਤਿਬ ਹੋ ਕੇ ਲਿਖੀ ਗਈ ਹੈ। ਉਸ ਵਿੱਚ ਕਹਿੰਦੇ ਨੇ ਕਿ ਮੇਰੇ ਘਰ ਅਰਜਨ ਹੋ ਗਿਆ ਹੈ। ਉਹਨਾਂ ਨੂੰ ਪਤਾ ਹੈ ਮੇਰੇ ਘਰ ਅਰਜਨ ਹੋ ਗਿਆ ਤੇ ਗੁਰਗੱਦੀ ਮੈਂ ਕਿਉਂ ਦਿੱਤੀ? ਭਾਈ ਗੁਰਦਾਸ ਸਾਹਿਬ ਦੇ ਸਵਾਲ ਉੱਪਰ ਜਵਾਬ ਦੇ ਰਹੇ ਨੇ। ਕਹਿੰਦੇ ਨੇ ਜਾਣ ਨਾ ਦੇਸਾਂ ਸੋਡੀਓ ਹੋਰਸ ਅਜਰ ਨਾ ਜਰਿਆ ਜਾਵੈ, ਘਰ ਹੀ ਕੀ ਵਥ ਘਰੇ ਰਾਵੈ। ਉਹ ਕਹਿੰਦੇ ਨੇ ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੈ। ਅਰਜਨ ਆ ਗਿਆ, ਪੁੱਤਰ ਸੀ, ਗੁਰੂ ਬਣਾ ਦਿੱਤਾ ਭਾਈ ਗੁਰਦਾਸ ਜੀ, ਕਿਉਂਕਿ ਇਹ ਜਿਹੜਾ ਕੰਮ ਕਰਨ ਜਾ ਰਹੇ ਨੇ, ਇਹਨਾਂ ਤੋਂ ਬਾਅਦ ਜਿਹੜੇ ਵੀ ਗੁਰੂ ਬਣਨਗੇ, ਜਿਹੜਾ ਉਹ ਕੰਮ ਕਰਨ ਜਾਣਗੇ ਉਹ ਹੋਰ ਕੋਈ ਬਰਦਾਸ਼ਤ ਨਹੀਂ ਕਰ ਸਕੇਗਾ। ਤਾਂ ਕਰਕੇ ਸੋਢੀ ਕੁਲ ਨੂੰ ਗੁਰਗੱਦੀ ਬਖਸ਼ ਦਿੱਤੀ। ਜਾਣ ਨਾ ਦੇਸਾਂ ਸੋਢੀਓ
होरस अजर ना जरिया जावे, होर कोई नहीं जर सकेगा। गुरगद्दी ते सभायमान कर दिता गया। गुरु अर्जन पातशाह गुरु रामदास साहब का एक शब्द बहुत गायन करते होंगे सन। साईं मियाँ मीर सानू पता है उन्होंने बहुत चंगे दोस्त सन, वो सुनते सन गुरु अर्जन पातशाह एक शब्द गायन करते हैं, केड़ा कोई आण मिलावै मेरा प्रीतम प्यारा, हों तिस पै आप विच आई। शब्द विच अगे आएगा, तन मन काट काट सब अर्पी, विच अग्नि आप जलाई, पखा फेरी पानी ढोवा, जो देवै सो खाई। साईं मियाँ मीर शब्द सुनते होंगे, कहते होंगे सन गुरु अर्जन पातशाह जी हर गल ते यकीन किया जा सकता है, इस गल ते मैं यकीन नहीं कर सकता कि तन मन काट काट सब अर्पी विच अग्नि आप जलाई। कहते नहीं यकीन कर सकता कि रेजा रेजा शरीर हो जाए, बंद बंद कटाया जाए, तां भी मुस्कुरा के कह दिता जाए कि तेरा किया मीठा लगा, नहीं मन सकता। मुस्कुरा के गुरुदेव कहते होंगे सन, समा आएगा तुहानू करके भी विखा दांगे, तुसी उदों यकीन कर लेना। शहादत जदों हो रही है, तवे ते बैठ रहे ने, आग्या दे कितने परपक ने। मैं फिर कवां, हुक्म दे विच तुरदे होए प्रेम नू पाल लेना बहुत औखी खेड है। हुक्म दे विच तुरदे होए लाहौर भेज दिता है, हुक्म सी, प्यार किन्ना है कि छोड़ नहीं सकते दर्शनां नू, तां भी रुक गए ने। आग्या मन लई, खिड़े मत्थे रजा भी तुर रहे ने। वापस आए, गुरगद्दी ते बैठ गए, भरा बागी हो गया, गुरगद्दी मैनू नहीं मिली। उसने बादशाह नू शिकायत लगा दी, फौज भी इकट्ठी कर ली उन्होंने खिलाफ। आग्या नू मन लिया, खिड़े मत्थे रजा भी तुर रहे ने। विआह तो 16 साल तक घर औलाद ही नहीं हुई, भरजाई मेहने मार दी है, तां भी आग्या नू खिड़े मत्थे मन लिया, रजा विच तुर रहे ने। 16 साल बाद घर औलाद हो गई गुरु हरगोबिंद पातशाह, कितने उन्होंने जानलेवे हमले होए, कितनी बार उन्होंने बीमारियां लगियां, आग्या विच तुर रहे ने, खिड़े मत्थे रजा नू मन रहे ने। कदी भी शक किया होवे गुरु ते, जां कदी भी शिकायत की होए गुरु नू, ऐसा नहीं मिलता उन्होंने जीवन चों। सुलही खान दिल्ली तो चढ़ आया है, गुरु अर्जन पातशाह अमृतसर विराजमान ने, बड़ी फौज लैके आ रहा है, शस्त्र इन्हां कोल कोई नहीं। भाई गुरदास ते बाबा बुड्ढा जी कोल आ जाते हैं, संगत कोल आ जाती है कि गुरु साहब चिट्ठी लिखो बादशाह नू कि इसका हमला रोके। गुरु साहब अंकित कर देंगे हैं शब्द, कहते मेरे को बड़े सारे लोकी अपनी राय लैके आए, बड़े ओपीनियंस एडवाइज़ मेरे को आईयां, केड़े केड़े, प्रथमे मता जे पतरी चलावो। कहते मेरे को पहली एडवाइज़ आई कि कोई चिट्ठी तो लिखो, बादशाह नू कहो तो सही कि असी शांतमई बैठे हैं, साढ़े ते हमला कर रहा। कहते मैनू राय अच्छी नहीं लगी, मैं रहन दी। प्रथमे मता जे पतरी चलावो। दूसरी एडवाइज़ आई, द्वितीय मता दोए मानुख पहुँचावो। कहते दूसरा मता मेरे को आया कि भाई गुरदास ते बाबा बुड्ढा जी नू भेज दवो, सुलही खान नाल सुलाह कराण। कहते ये भी मैनू चंगा नहीं लग्या, इन्हां नू भेजना तो एक तरह का माफ़ीनामा ही हो गया ना, कि असी डर गए हाँ तो रहन दे तू। कहते नहीं, निरभौ जपै सगल भौ मिटै। तृतीय मता किछ करो उपाया। जदों गुरु साहब अडोल बैठे रहे, संगत बड़ी भावुक होकर कह रही गुरु साहब कुछ तो करो, हिया कुछ तो करो, तुसीं तां अडोल बैठ गए। तृतीय मता किछ करो उपाया, तो गुरु साहब जवाब दिंदे न, मैं सब किछ छोड़ प्रभ तू ही ते आया। बैठे ने, वाहिगुरू सिमरन में जुड़े ने, अकाल पुरख के गीत संगीत में जुड़े ने, कीर्तन ते ढाडी आनंद मान रहे ने। होया कि सुलही पट्ठे देखण गया सी, घोड़े समेत उस भी जा मरिया। तो गुरु साहब फिर शब्द भी लिखते हैं, सुलही ते नारायण राख, मैनू बचा लिया मेरे नारायण ने। सुलही के हाथ कहीं ना पहुँचे, सुलही होए मुआ नापाक, मरिया नापाक होके। इतना अटल भरोसा वाहिगुरू ते। फिर शहादत लई जदों बुला रहे ने, उस तो पहला गुरु ग्रंथ साहब का स्वरूप अगम्मी स्वरूप सानू दे गए ने। गुरु अर्जन पातशाह ने देख लिया सी, जिन्हां कौमां कोल धार्मिक केंद्र और धार्मिक ग्रंथ है, दो चीज़ां नहीं, वो कौमां नूं रुलण खुलण विच कोई बहुता समा नहीं लग्या।
ਬਹੁਤ ਛੇਤੀ ਉਹ ਕੌਮਾਂ ਨਰਕ ਹੋ ਗਈਆਂ, ਗਰਕ ਹੋ ਗਈਆਂ, ਸਵਾਹ ਹੋ ਗਈਆਂ, ਜਿਨ੍ਹਾਂ ਕੋਲ ਧਾਰਮਿਕ ਕੇਂਦਰ ਨਹੀਂ ਸੀ ਔਰ ਧਾਰਮਿਕ ਗ੍ਰੰਥ ਨਹੀਂ ਸੀ। ਦੋਏ ਚੀਜ਼ਾਂ ਸਾਨੂੰ ਗੁਰੂ ਅਰਜਨ ਪਾਤਸ਼ਾਹ ਨੇ ਦਿੱਤੀਆਂ। ਪਹਿਲੀ ਚੀਜ਼ ਧਾਰਮਿਕ ਕੇਂਦਰ ਸ਼੍ਰੀ ਹਰਿਮੰਦਰ ਸਾਹਿਬ, ਜਿਸ ਬਾਰੇ ਗੁਰਬਾਣੀ ਵਿੱਚ ਬੜੀ ਜਗ੍ਹਾ ਬਿਆਨ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਐਸਾ ਨਗਰ ਵਸਾ ਦਿੱਤਾ ਜਿਸ ਦਾ ਪਹਿਲਾ ਨਾਮ ਗੁਰੂ ਚੱਕ, ਬਾਅਦ ਚੋਂ ਚੱਕ ਰਾਮਦਾਸਪੁਰ, ਰਾਮਦਾਸਪੁਰਾ, ਤੇ ਹੁਣ ਗੁਰੂ ਅਰਜਨ ਪਾਤਸ਼ਾਹ ਨੇ ਨਾਮ ਦਿੱਤਾ ਹੈ ਅੰਮ੍ਰਿਤਸਰ। ਅੰਮ੍ਰਿਤਸਰ ਸਿਫਤੀ ਦਾ ਘਰ। ਜਿਸ ਲਾਹੌਰ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਲਿਖ ਦਿੱਤਾ ਸੀ, ਜ਼ੁਲਮ ਹੁੰਦਾ ਦੇਖ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਣੀ ਵਿੱਚ ਉਸੇ ਲਾਹੌਰ ਨੂੰ ਅੰਕਿਤ ਕੀਤਾ ਕਿ ਜਿੱਥੇ ਨਾਮ ਦਾ ਪ੍ਰਵਾਹ ਚੱਲ ਪਿਆ, ਲਾਹੌਰ ਸ਼ਹਿਰ, ਅੰਮ੍ਰਿਤਸਰ ਸਿਫਤੀ ਦਾ ਘਰ। ਅੰਮ੍ਰਿਤਸਰ ਨਗਰ ਵਸਾਇਆ। ਹਰਮੰਦਰ ਜਦੋਂ ਸਾਜ ਦਿੱਤਾ ਨਾ, ਉਸਾਰੀ ਪੂਰੀ ਹੋ ਗਈ ਤੇ ਸਿੱਖ ਕੋਲ ਆਏ, ਗੁਰੂ ਸਾਹਿਬ ਤੁਸੀਂ ਨਾਮ ਦਿੱਤਾ ਹੈ ਹਰੀ ਮੰਦਰ। ਹਰ ਮੰਦਰ ਵਿੱਚ ਕਿਸੇ ਇਸ਼ਟ ਦੇਵ ਦੀ ਮੂਰਤੀ ਹੁੰਦੀ ਹੈ ਜਿਸ ਦੀ ਪੂਜਾ ਕੀਤੀ ਜਾਂਦੀ ਹੈ। ਇਸ ਹਰੀ ਮੰਦਰ ਵਿੱਚ ਕਿਸ ਦੀ ਮੂਰਤੀ ਲਗਾਵਾਂਗੇ? ਮੁਸਕਰਾ ਕੇ ਗੁਰੂ ਸਾਹਿਬ ਕਹਿੰਦੇ ਨੇ ਪੱਥਰਾਂ ਦੀ ਮੂਰਤਾਂ ਲਗਾਉਣੀਆਂ ਹੁੰਦੀਆਂ ਤੇ ਮੰਦਿਰ ਹੋਰ ਵੀ ਬੜੇ ਸਨ। ਕਹਿੰਦੇ ਨੇ ਇੱਧਰ ਸ਼ਬਦ ਦੀ ਮੂਰਤ ਲੱਗੇਗੀ, ਪਹਿਲੇ ਹੋ ਚੁੱਕੇ ਗੁਰੂ ਭਗਤ ਤੇ ਭੱਟ ਸਾਹਿਬਾਨਾਂ ਦੇ ਅਨਮੋਲ ਤੇ ਕੀਮਤੀ ਬਚਨਾਂ ਦੀ ਮੂਰਤ, ਬਾਣੀ ਦੀ ਮੂਰਤ ਲੱਗੇਗੀ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਾਇਆ ਗਿਆ। ਪਹਿਲੇ ਗ੍ਰੰਥੀ ਥਾਪੇ ਗਏ ਬਾਬਾ ਬੁੱਢਾ ਜੀ। ਹੈਰਾਨੀ ਦੀ ਗੱਲ ਇੱਥੇ ਇਹ ਹੈ, ਗ੍ਰੰਥੀ ਥਾਪ ਦਿੱਤਾ, ਆਦ ਬੀੜ ਨੂੰ ਆਪਣੇ ਸਿਰ ਤੇ ਨਹੀਂ ਚੁੱਕਿਆ, ਇਹ ਮਾਣ ਗ੍ਰੰਥੀਆਂ ਨੂੰ ਦੇ ਦਿੱਤਾ। ਪ੍ਰਕਾਸ਼ ਵੀ ਆਪ ਨਹੀਂ ਕੀਤਾ, ਇਹ ਮਾਣ ਵੀ ਗ੍ਰੰਥੀ ਸਿੰਘਾਂ ਨੂੰ ਦੇ ਦਿੱਤਾ। ਕਿਉਂ? ਗੁਰੂ ਸਾਹਿਬ ਦੂਰਦ੍ਰਿਸ਼ਟ ਸਨ, ਉਹਨਾਂ ਨੂੰ ਪਤਾ ਸੀ ਪੰਥ ਨੂੰ ਗ੍ਰੰਥੀਆਂ ਨਹੀਂ ਸਾਹਮਣੇ ਅੱਗੇ, ਗ੍ਰੰਥ ਦੀ ਸੇਵਾ ਗ੍ਰੰਥੀ ਕਰਨਗੇ, ਕਿਉਂ ਨਾ ਅੱਜ ਤੋਂ ਇਹਨਾਂ ਨੂੰ ਸਿਖਾਇਆ ਜਾਏ ਪ੍ਰਕਾਸ਼ ਕਿਵੇਂ ਕਰਨਾ ਹੈ, ਹੁਕਮ ਕਿਵੇਂ ਲੈਣਾ ਹੈ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ। ਖੋਲੋ ਗ੍ਰੰਥ ਨੂੰ। ਜਦੋਂ ਕਾਰਜ ਪੂਰਾ ਹੋ ਗਿਆ, ਪਹਿਲਾ ਹੁਕਮਨਾਮਾ ਸਾਨੂੰ ਸਾਰਿਆਂ ਨੂੰ ਪਤਾ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਕਵੀ ਸ਼ਾਹ ਹੁਸੈਨ, ਪੀਲੂ, ਕਾਨਾ, ਇਹ ਬਾਗੀ ਹੋ ਗਏ, ਹਿੰਦੂ ਬਾਗੀ ਹੋ ਗਏ, ਮੁਸਲਮਾਨ ਬਾਗੀ ਹੋ ਗਏ। ਅਕਬਰ ਤੱਕ ਗੱਲ ਪਹੁੰਚ ਗਈ ਕਿ ਸਾਡੇ ਗ੍ਰੰਥਾਂ ਦੀ ਤੋਹੀਨ ਹੈ, ਤੋਹੀਨ ਹੈ। ਨਵਾਂ ਗ੍ਰੰਥ ਥਾਪ ਦਿੱਤਾ ਹੈ। ਅਕਬਰ ਨੇ ਚਿੱਠੀ ਲਿਖ ਕੇ, ਹੁਕਮਨਾਮਾ ਮੈਂ ਕਹਿ ਦੇਵਾਂ, ਹੁਕਮਨਾਮਾ ਲਿਖ ਕੇ ਭੇਜ ਦਿੱਤਾ, ਗ੍ਰੰਥ ਮੇਰੇ ਕੋਲ ਭਿਜਵਾਓ। ਮੈਂ ਸੁਣਿਆ ਬਾਗੀ ਗ੍ਰੰਥ ਬਣ ਗਿਆ। ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਗ੍ਰੰਥ ਸਾਹਿਬ ਦੇ ਕੇ ਅਕਬਰ ਦੇ ਦਰਬਾਰ ਵਿੱਚ ਪਹੁੰਚਾਇਆ ਗਿਆ। 5 ਹੁਕਮਨਾਮੇ ਲਏ ਗਏ ਉਸ ਦਿਨ, 5 ਹੁਕਮਨਾਮੇ। ਜ਼ਿਆਦਾ ਤੇ ਮੈਂ ਨਾ ਬਿਆਨ ਕਰਾਂ। ਪਹਿਲੇ ਹੁਕਮਨਾਮੇ ਤੇ ਹੀ ਅਕਬਰ ਇਤਨਾ ਕਾਇਲ ਹੋ ਗਿਆ ਸੀ ਕਿ ਉਸਨੇ ਕਿਹਾ ਬਸ ਬਾਗੀ ਗ੍ਰੰਥ ਨਹੀਂ ਹੈ, ਸਾਂਝੀਵਾਲਤਾ ਦਾ ਗ੍ਰੰਥ ਬਣ ਗਿਆ। ਤੁਹਾਨੂੰ ਪਤਾ ਹੈ ਅਕਬਰ ਨੇ ਇੱਕ ਨਵਾਂ ਧਰਮ ਚਲਾਇਆ ਸੀ, ਦੀਨ-ਏ ਇਲਾਹੀ। ਆਦ ਬੀੜ ਦੇ 5 ਹੁਕਮਨਾਮੇ ਸੁਣ ਕੇ ਉਸਨੇ ਦੀਨ-ਏ ਇਲਾਹੀ ਰੱਦ ਕਰ ਦਿੱਤਾ ਸੀ। ਇਸ ਦਾ ਬਦਲਾ ਜਹਾਂਗੀਰ ਨੇ ਸ਼ਹੀਦ ਕਰਕੇ ਲਿਆ ਕਿ ਮੇਰੇ ਬਾਪ ਦਾ ਨਵਾਂ ਧਰਮ ਚੱਲ ਰਿਹਾ ਸੀ। ਇਸ ਝੂਠ ਦੀ ਦੁਕਾਨ, ਗੁਰੂ ਅਰਜਨ ਪਾਤਸ਼ਾਹ ਨੂੰ ਬੋਲਦਾ ਸੀ ਝੂਠ ਦੀ ਦੁਕਾਨ, ਇਹਨਾਂ ਨੇ ਮੇਰਾ ਧਰਮ ਖਤਮ ਕੀਤਾ। ਹੁਕਮਨਾਮਾ ਆਇਆ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਕਬਰ ਦਗ ਦਗ ਹੋ ਗਿਆ, ਹੈਰਾਨ ਰਹਿ ਗਿਆ। 500 ਮੋਹਰਾਂ ਮੱਥਾਂ ਟੇਕੀਆਂ ਤੇ ਕਿਆ ਅਦਬ ਸਹਿ ਤੁਸੀਂ ਗ੍ਰੰਥ ਸਾਹਿਬ ਵਾਪਸ ਲੈ ਜਾਓ। ਅਕਬਰ ਮਰਨ ਕੰਡੇ ਸੀ। ਖੁਸਰੋ ਨੂੰ, ਆਪਣੇ ਪੋਤਰੇ ਨੂੰ ਬਾਦਸ਼ਾਹੀ ਦਾ ਤਖਤ ਦੇਣਾ ਚਾਹੁੰਦਾ ਸੀ। ਖੁਸਰੋ ਆਗਰਾ ਵਿੱਚ ਸੀ। ਦਿੱਲੀ 'ਚ ਬੈਠੇ ਜਹਾਂਗੀਰ ਨੂੰ ਪਤਾ ਚੱਲ ਗਿਆ ਕਿ ਇਹ ਖੁਸਰੋ ਨੂੰ ਗੱਦੀ ਦੇ ਦੇਗਾ। ਜਹਾਂਗੀਰ ਨੇ ਅਕਬਰ ਦੇ ਮਰਨ ਦਾ ਵੀ ਇੰਤਜ਼ਾਰ ਨਾ ਕੀਤਾ। ਉਹ ਡੈਥ ਬੈੱਡ 'ਤੇ ਤਖਤ 'ਤੇ ਬੈਠ ਕੇ ਆਪਣੇ ਆਪ ਨੂੰ ਰਾਜਾ ਬਣਾ ਚੁੱਕਿਆ, ਬਾਦਸ਼ਾਹ ਘੋਸ਼ਿਤ ਕਰ ਚੁੱਕਿਆ ਹੈ ਤੇ ਖੁਸਰੋ ਨੂੰ ਆਪਣੇ ਦੇਸ਼ ਦਾ ਬਾਗੀ ਵੀ ਘੋਸ਼ਿਤ ਕਰ ਦਿੱਤਾ ਹੈ। ਆਗਰਾ ਤੋਂ ਜਿਤਨੀ ਉਸ ਕੋਲ ਫੌਜ ਸੀ ਉਹ ਦੌੜ ਗਿਆ ਫੌਜ ਲੈ ਕੇ। ਰਸਤੇ ਵਿੱਚ ਗੋਇੰਦਵਾਲ ਸਾਹਿਬ ਤੋਂ ਹੁੰਦਾ ਹੋਇਆ ਜਦੋਂ ਅੰਮ੍ਰਿਤਸਰ ਟੱਪਿਆ, ਇਹ ਗੁਰੂ ਅਰਜਨ ਪਾਤਸ਼ਾਹ ਨੂੰ ਮਿਲਿਆ। ਇਸ ਨਾਲ 400-500 ਘੁੜਸਵਾਰ ਸਨ।
उधर गुरु साहब तो असीसां भी लईਆਂ ਤੇ गुरु घर तो लंगर भी लिया रस्ते ਲਈ। इस लंगर ਨੂੰ बहाना बना के जहांगीर ने शहादत का एक बहुत वड्डा कारण बना दिता। तुसी बागी की मदद की है, उसनों ये नहीं सी पता जो शरण आवे तिस कंठ लावे। ये बिरध स्वामी संधा कि शरण गहे की तो लाज रखी जाती है, लंगर में ये नहीं देखा जाता किहड़े धर्म का आ रहा। वो लंगर छकण लिए आए सी, असीं छका दिता। गुरु नानक साहब का लंगर सारिਆਂ ਲਈ खुला। जहांगीर तू भी आएगा, तू भी छक सकता है। चंदू की लड़की का रिश्ता ठुकरा दिता गया, संगत ने मना किया, मन लई आ गया। चंदू ने भड़का दिता, मन लई आ गया। खिड़े मत्थे रज़ा विच तुरदे रहे। अज जदों लाहौर सद्दिया गया है, लाहौर जाण तो पहला अपने लड़के 11 साल दे गुरु हरगोबिंद पातशाह नूं तखत ते बिराजमान करके गुरु नानक साहब की गद्दी का 6वां वारिस स्थाप दिता। लाहौर आप गए ने साईं मियाँ मीर नूं नाल लैके। पता है क्यों? साईं मियाँ मीर दे एक सवाल का जवाब देना सी। तन मन काट काट सब अरपी विच अग्नि आप जलाई साईं जी। पुछदे सो कि ये हो सकता है, आओ देखिए हो सकता है कि नहीं। तवे ते जिस दिन बैठे ने शब्द उच्चारण कर रहे ने, सेवक की ओढ़क निभही प्रीत, जीवत साहिब सेव्यो अपना, चलते राख्यो चित। आज्ञा मैं भूख सोई कर सूखा, सोग हरख नहीं जान्यो, जो जो हुक्म भयो साहिब का सो माथे लै मान्यो। खिड़े मत्थे वाहिगुरू दे हुक्म विच तुरना, उसकी रज़ा नूं खिड़े मत्थे प्रवान कर लेना। गुरु अर्जन पातशाह ने साड़ी झोली विच पाया। तैं जनमत गुरमत ब्रह्म पछाणियो। जिन्हां बारे पटवईयां ने कह दिता सी कि असी बड़ी सारी दुनिया घूम आए हाँ, गुरु की तलाश विच सानू कोई थौ टिकाणा नहीं मिलिया जिहड़ा अपने आप नूं छड्ड के अकाल पुरख नाल जोड़दा होए। लिखते न असी रोज़ शब्द पढ़ रहे हैं ना, शहादत मना रहे हैं आजकल गुरु पातशाह की। 3 जून नूं शहीदी दिहाड़ा है। असी रोज़ शब्द पढ़ रहे हैं, जब लो नहीं भाग लिलार उदय, तब लो भ्रमते फिरते बहुत आयो। गुरु अर्जन पातशाह जी, असी 11 पट्टां दा परिवार है। जदों तक भाग नहीं उदय होए सन, चंगे भाग नहीं जागे सन, बड़ा असी भटके हाँ। टिके कित्थे हाँ? कल घोर समुद्र में बूढ़त थे, कबहू मिट है नहीं रे पछतायो। पछतावे नाल भरे जा रहे सा, जीवन अजाई कट रहा सी, गुरु नहीं सी मिलिया। कहंदे कल घोर समुद्र में बूढ़त थे, कबहू मिट है नहीं रे पछतायो। मथुरा जी लिखते हैं, अज मैनू तू मिल गया, मैनू जीवन का तत्त मिल गया। तत्त विचार यह मथुरा, जग तारण को अवतार बनायो, जप्यो जिन अर्जन देव गुरु, फिर संकट जोन गर्भ ना आयो। हुण मैनू तू मिल गया, थौ टिकाणा मिल गया। छोटा जिहा दृष्टांत दे के विचारां नूं इत्थे ही संकोच लवां। जेड़े 11 भट्ट ता उमर भटकते रहे, सारा हिंदुस्तान छान मारिया एक गुरु की तलाश विच। जिस दिन गुरु अर्जन पातशाह उन्होंने मिले ना, उस तो बाद उन्हों का सिर किसी होर अगे नहीं चुकया। पता है, महाराणा प्रताप ते अकबर का जंग लग्या, महाराणा प्रताप हार गया। उदयपुर के जंगलों में, राजस्थान के जंगलों में जा छुपया। तंती साज वजांदा एक गायक उसके कोलों लंघ रहा सी, उसने पछाण लिया महाराणा प्रताप है। उसनों गायकी सुना दिंदा है। महाराणा प्रताप बड़ा खुश हुंदा है। पहला तो राजा सी, हुण गर्क होकर रह गया, रंक होकर रह गया, जंगलों में भटक रहा, 2-2 टुक्कर नूं भटक रहा। पर इस गायक ने पछाण लिया ते महाराणा प्रताप नूं कहंदा, तेरे दरबार विच मैं गांदा हुंदा सी, बड़े कीमती नजराने तू मैनूं दिंदा सी, भावें तू बादशाह रहा है या हुण नहीं रहा, मैं तेरा सेवक हुणे भी हाँ, हुणे भी तेरे तो नजराना लोचदा, दे नजराना। हक करके मंगदा है। महाराणा प्रताप कोल होर ते कुछ नहीं सी, अपनी दस्तार सी, दस्तार ही चुक के उसके सिर ते रख दिंदा है। कहंदा केवल ये नजराना मेरे कोल रह गया। हुण किस कोल गांदा है? कहंदा हुण मैं अकबर कोल गांदा। महाराणा प्रताप ने उसनों एक गल कही सी, वो गल उसने अकबर नूं जा सुनाई। पता है कि अकबर कोल अज गाण गया है ना, अकबर ने कहा बा कमाल, बा कमाल, बा कमाल। तो जदों बा कमाल सुनते सी शायर जां अदीब जां ढाडी, तो सिर झुकाते सी बादशाह नूं। अज जदों सिर झुका रहा, पहले उसने पग उपर की, फिर सिर झुकाया। अकबर नूं बड़ी तौहीन महसूस हो गई। तू पग क्यों ना झुकाई? कहंदा सिर मेरा सी, मैं झुका लिया,
पग मेरे साईं दी नहीं चुक सकती। महाराणा प्रताप इज्जत करके जंग दे मैदान विच अपने ज़मीर नाल तेरे नाल लड़दा रहा, हार नहीं मन्नी। भावें उदयपुर के जंगलों में टुक्कर टुक्कर नूं रो रहा हो, पर हार नहीं मन्नी। ये पग मेरी नहीं उसदी है। भावें बादशाह तो मुल्क दा होवे, भावें संसार दा नहीं चुक सकती। फिर महाराणा प्रताप मैनू कह के गया, जो मर्जी हो जाए मेरी पग ना चुकन दई अकबर अगे। नजराना तो तू ले जा रहा। ये मैं दृष्टांत क्यों दसिया? गुरु अर्जन पातशाह नूं जिस दिन पट मिल गए ने, उस तो बाद सिर किधरे नहीं चुकया। असी भी देखिए कलगीधर दा ताज पा के सिर ते घूम रहे हैं, किसी बाबे अगे, कबरां अगे, मूर्तियां अगे, फोटोआं अगे तो नहीं चुक जाएगी पग। तो मेरी पग नहीं चुकेगी, क्योंकि पग मेरी है ही नहीं। सिर ते मेरा चुक सकता है, पर यह पग गुरु गोबिंद सिंह दी चुक जाएगी। सो चेते रखिए, पब्लिक में जदों होइए कोई ऐसा काम ना करिए। लोगों ने यह नहीं कहना गगनदीप सिंह ने काम किया है, वो मेरा नाम थोड़ी जानते हैं। वो कहेंगे सरदार ने काम किया है। तो सरदार कौन है? गुरु गोबिंद सिंह का थापिया, खालसा मेरा रूप है खास। सो अज गुरु अर्जन पातशाह तो ये सिक्ख्या लै जाइए कि उन्हां ते कदमां ते चुकी पग, होर किसी डेरे ते मड़ी मसाणा ते कबरां मूर्तियां दे अगे ना चुके। आग्या नूं मन लईए, खिड़े मत्थे रज़ा विच तुरीए। ये पुरब मनाए सफले होणगे। अज विचारां नूं इत्थे संकोच लावां, समा मैं बहुता लै गया, माफ़ी का जाचक भी हाँ। कल 6वें नानक श्री गुरु हरगोबिंद पातशाह बारे लड़ी अगे तुरेगी जी। भुल्लां चुकां दी खिमा संगत बख्शण जोग है। कोटान कोट शुकर श्री गुरु ग्रंथ साहिब जियां दा आप सेवा लै रहे ने। फतेह गजाइए जी। वाहिगुरू जी का खालसा, वाहिगुरू जी की फतेह। मन वजिया बधाइयां, रात शब्दों तो गाओ हरि केरा मन जनी बसाया, कह नानक आनंद हुआ सतगुरु मैं पाया। मेरे हर नाम रहो तुम मन मेरे, दुख सब विसारना अधिकार करे तेरा। कार सब सवारना सुना धन सुख विसारे, नाम तुम मन मेरे सदा रहो भरना दे साचे साहिबा। करते भी करता तेरे सब किश है, जे देर सो पावे सदर सलाह। नाम जिनके मन वसया, वाजे शब्द कनेरे, कह नाम सच्चे साहिब क्या नहीं करते। सच का नाम मेरा भाव, साच नाम